ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ। ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਦੀ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪੰਜਾਬੀ ਨੇ ਇਮੀਗ੍ਰੇਸ਼ਨ ਦੇ ਨਾਮ ਤੇ 8 ਸਾਲ ਮਾਰੀ ਠੱਗੀ, 150 ਨੂੰ ਬਣਾਇਆ ਆਪਣੇ ਧੋਖੇ ਦਾ ਸ਼ਿਕਾਰ। ਟਰੰਪ ਤੇ ਲੱਗਾ ਇਤਿਹਾਸਿਕ ਕਲੰਕ, ਅਮਰੀਕੀ ਕਾਂਗਰਸ ਦੇ ਵਿੱਚ ਮਹਾਦੋਸ਼ ਮਤਾ ਪਾਸ। ਏਅਰ ਕੈਨੇਡਾ ਕੱਢੇਗਾ 17,000 ਨੂੰ ਨੌਕਰੀ ਤੋਂ, ਇੱਕ ਹਫ਼ਤੇ ਦੇ ਵਿੱਚ ਏਅਰ ਕੈਨੇਡਾ ਦਾ ਦੂਜਾ ਐਲਾਨ। ਰੂਬੀ ਸਹੋਤਾ ਇੱਕ ਵਾਰ ਫਿਰ ਲੜੇਗੀ ਚੋਣ, ਬਰੈਂਪਟਨ ਨਾਰਥ ਤੋਂ ਹੋਵੇਗੀ ਉਮੀਦਵਾਰ। ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਲਈ ਸੱਦੇ ਹੋਣ ਲੱਗੇ ਜਾਰੀ, 30,000 ਨੂੰ ਜਾਰੀ ਹੋਣਗੇ ਸੱਦੇ। ਸਸਕੈਚੁਆਨ ਨੇ ਕੱਢਿਆ ਡਰਾਅ, 385 ਨੂੰ ਦਿੱਤਾ ਸੱਦਾ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਡੋਨਾਲਡ ਟਰੰਪ ਦੇ ਉੱਪਰ ਮਹਾਦੋਸ਼ ਤੈਅ ਹੋ ਗਏ ਹਨ। ਅਮਰੀਕੀ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਸ਼ਟਰਪਤੀ ਨੂੰ 2 ਵਾਰ ਇੰਪੀਚ ਕੀਤਾ ਗਿਆ ਹੋਵੇ। 232 ਵੋਟਾਂ ਇਸ ਪੱਖ ਦੇ ਵਿੱਚ ਪਈਆਂ ਕਿ ਟਰੰਪ ਨੂੰ ਇੰਪੀਚ ਕੀਤਾ ਜਾਵੇ, ਜਾਣੀ ਕਿ ਉਹਨਾਂ ਦੇ ਉੱਪਰ ਮਹਾਦੋਸ਼ ਤੈਅ ਕਰਨ ਦੇ ਪੱਖ ਵਿੱਚ ਪਈਆਂ। 197 ਟਰੰਪ ਦੇ ਵੱਲ ਦੀਆਂ ਵੋਟਾਂ ਸਨ। ਨਾਲ ਹੀ ਦੱਸ ਦਈਏ ਬਹੁਤ ਸਾਰੇ ਰਿਪਬਲਿਕਨਸ ਅਜਿਹੇ ਸਨ ਜਿਨ੍ਹਾਂ ਨੇ ਟਰੰਪ ਦੇ ਖਿਲਾਫ ਵੋਟਾਂ ਪਾਈਆਂ ਨੇ। ਕੈਪੀਟੋਲ ਹਿੰਸਾ ਭੜਕਾਉਣ ਦੇ ਚੱਲਦਿਆਂ ਡੋਨਾਲਡ ਟਰੰਪ ਦੇ ਉੱਪਰ ਮਹਾਦੋਸ਼ ਤੈਅ ਹੋ ਗਏ ਹਨ। ਅਮਰੀਕੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਰਾਸ਼ਟਰਪਤੀ 2 ਵਾਰ ਇੰਪੀਚਡ ਕੀਤਾ ਗਿਆ ਹੋਵੇ। ਟਰੰਪ ਨੂੰ ਸੈਨੇਟ ਦੇ ਵਿੱਚ ਟ੍ਰਾਇਲ ਦਾ ਹੁਣ ਸਾਹਮਣਾ ਕਰਨਾ ਪਵੇਗਾ। ਜੇ ਉੱਥੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਹ ਦੁਬਾਰਾ ਕਦੇ ਵੀ ਇਸ ਅਹੁਦੇ ਤੇ ਨਹੀਂ ਆ ਸਕਣਗੇ। ਧਿਆਨ ਦੇਣ ਯੋਗ ਹੈ ਕਿ 10 ਰਿਪਬਲਿਕਨਸ ਨੇ ਵੀ ਮਹਾਦੋਸ਼ ਤੈਅ ਕਰਨ ਦੇ ਪੱਖ ਵਿੱਚ ਵੋਟ ਪਾਈ। 232 ਵੋਟ ਟਰੰਪ ਨੂੰ ਇੰਪੀਚ ਕਰਨ ਦੇ ਲਈ ਪਏ, ਜਦਕਿ 197 ਟਰੰਪ ਦੇ ਪੱਖ ਵਿੱਚ ਸਨ। ਜਦੋਂ 20 ਜਨਵਰੀ ਨੂੰ ਟਰੰਪ ਆਫਿਸ ਛੱਡਣਗੇ ਤਦ ਇੰਪੀਚਮੈਂਟ ਪ੍ਰੋਸੈਸ ਪੂਰਾ ਹੋਵੇਗਾ। ਟਰੰਪ ਵੱਲੋਂ ਆਪਣੇ ਸਪੋਰਟਰਸ ਨੂੰ ਭੜਕਾਇਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਹਿੰਸਾ ਕੀਤੀ ਗਈ। ਡੋਨਾਲਡ ਟਰੰਪ ਵੱਲੋਂ ਇੱਕ ਵਾਰ ਫਿਰ ਇਤਿਹਾਸ ਰਚਿਆ ਗਿਆ ਹੈ, ਪਰ ਇਸ ਵਾਰ ਇਹ ਇਤਿਹਾਸ 2 ਵਾਰ ਇੰਪੀਚਡ ਹੋਣ ਵਾਲੇ ਰਾਸ਼ਟਰਪਤੀ ਬਣ ਕੇ ਰਚਿਆ ਗਿਆ ਹੈ। ਹੁਣ ਇਹ ਇੰਪੀਚਮੈਂਟ ਆਰਟੀਕਲ ਸੈਨੇਟ ਦੇ ਵਿੱਚ ਭੇਜਿਆ ਜਾਵੇਗਾ, ਜਿੱਥੇ 2/3 ਮੈਜੋਰਿਟੀ ਦੀ ਜ਼ਰੂਰਤ ਹੋਵੇਗੀ ਟਰੰਪ ਨੂੰ ਕਨਵੈਕਟ ਕਰਨ ਵਾਸਤੇ, ਜਿਸ ਦਾ ਮਤਲਬ ਹੈ ਕਿ 17 ਰਿਪਬਲਿਕਨਸ ਨੂੰ ਡੈਮੋਕ੍ਰੇਟ ਦੇ ਨਾਲ ਵੋਟ ਪਾਉਣੇ ਪੈਣਗੇ। ਪਰ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹ ਟ੍ਰਾਇਲ ਛੇਤੀ ਨਹੀਂ ਆਵੇਗਾ। ਇੱਕ ਪੰਜਾਬੀ ਵੱਲੋਂ ਕੈਨੇਡਾ ਦੇ ਵਿੱਚ 8 ਸਾਲ ਤੱਕ ਬਿਨਾਂ ਇਮੀਗ੍ਰੇਸ਼ਨ ਲਾਇਸੈਂਸ ਦੇ ਠੱਗੀ ਮਾਰੀ ਗਈ ਹੈ। ਠੱਗੀ ਮਾਰੀ ਗਈ ਹੈ 150 ਵਿਅਕਤੀਆਂ ਦੇ ਨਾਲ। ਮਈ 2019 ਦੇ ਵਿੱਚ ਇਸ ਵਿਅਕਤੀ ਦੇ ਉੱਪਰ ਜਾਂਚ ਦੀ ਆਰੰਭਤਾ ਕੀਤੀ ਗਈ ਸੀ, ਜਾਣੀ ਕਿ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਪਾਇਆ ਗਿਆ ਕਿ ਨਾ ਤਾਂ ਇਹ ਪੇਸ਼ੇ ਤੋਂ ਵਕੀਲ ਹੈ ਤੇ ਨਾ ਹੀ ਇਸ ਦੇ ਕੋਲ ਇਮੀਗ੍ਰੇਸ਼ਨ ਕੰਸਲਟੈਂਟ ਦਾ ਲਾਇਸੈਂਸ ਹੈ। ਇਸ ਪੰਜਾਬੀ ਦਾ ਨਾਮ, ਜਿਸ ਵੱਲੋਂ ਧੋਖੇ ਦਾ ਸ਼ਿਕਾਰ ਕਈ ਲੋਕਾਂ ਨੂੰ ਬਣਾਇਆ ਗਿਆ ਹੈ, ਮਨਜੀਤ ਸਿੰਘ ਪਿਆਸਾ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਨੂੰ ਜਦੋਂ ਇਸ ਦੀ ਸ਼ਿਕਾਇਤ ਮਿਲੀ ਤਾਂ ਇਸ ਦੇ ਉੱਪਰ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਵੱਲੋਂ 8 ਸਾਲ ਤੱਕ ਬਿਨਾਂ ਲਾਇਸੈਂਸ ਇਮੀਗ੍ਰੇਸ਼ਨ ਸਰਵਿਸਿਜ਼ ਦਿੱਤੀਆਂ ਗਈਆਂ ਅਤੇ ਇਸ ਵਾਸਤੇ ਹੁਣ ਉਸ ਉੱਪਰ ਕਾਰਵਾਈ ਕੀਤੀ ਗਈ ਹੈ। ਉਸ ਵੱਲੋਂ 150 ਵਿਅਕਤੀਆਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ ਗਿਆ। ਇਸ ਵਿਅਕਤੀ ਦਾ ਨਾਮ ਮਨਜੀਤ ਸਿੰਘ ਪਿਆਸਾ ਹੈ, ਜਿਸ ਨੇ ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਧੋਖਾ ਕੀਤਾ। ਇਸ ਨੂੰ ਹੁਣ 18 ਮਹੀਨੇ ਪ੍ਰੋਬੇਸ਼ਨ ਦਾ ਸਾਹਮਣਾ ਕਰਨਾ ਪਵੇਗਾ ਅਤੇ $4,000 ਦਾ ਜੁਰਮਾਨਾ ਵੀ ਭਰਨਾ ਪਵੇਗਾ। ਇੰਨਾ ਹੀ ਨਹੀਂ, $6,000 ਵਿਕਟਮਸ ਨੂੰ ਦੇਣੇ ਪੈਣਗੇ। ਮਨਜੀਤ ਸਿੰਘ ਉੱਪਰ ਇਨਵੈਸਟੀਗੇਸ਼ਨ ਦੀ ਸ਼ੁਰੂਆਤ ਮਈ 2019 ਦੇ ਵਿੱਚ ਕੀਤੀ ਗਈ ਸੀ। ਇਹ ਜਾਂਚ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਕੀਤੀ ਗਈ। ਸ਼ੁਰੂਆਤੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਚੱਲਿਆ ਹੈ ਕਿ ਮਨਜੀਤ ਸਿੰਘ ਨਾ ਤੇ ਲਾਇਰ ਹੈ ਤੇ ਨਾ ਹੀ ਉਸ ਕੋਲ ਇਮੀਗ੍ਰੇਸ਼ਨ ਕੰਸਲਟੈਂਟ ਦਾ ਲਾਇਸੈਂਸ ਹੈ। ਇਹ ਜਾਣਕਾਰੀ CBSA ਵੱਲੋਂ ਸਾਂਝੀ ਕੀਤੀ ਗਈ। ਸਰਚ ਵਾਰੰਟ ਮਈ 29, 2019 ਨੂੰ ਐਗਜ਼ੀਕਿਊਟ ਕੀਤੇ ਗਏ। ਅਗਸਤ 2019 ਨੂੰ ਮਨਜੀਤ ਸਿੰਘ ਨੂੰ ਚਾਰਜ ਕੀਤਾ ਗਿਆ ਸੀ। ਉਸ ਨੂੰ 2 ਦਸੰਬਰ 2020 ਦੇ ਵਿੱਚ ਗਿਲਟੀ ਪਾਇਆ ਗਿਆ। CBSA ਨੇ ਦੱਸਿਆ ਕਿ ਜਨਵਰੀ 2011 ਅਤੇ ਮਈ 2019 ਦੇ ਵਿਚਕਾਰ ਪਿਆਸਾ ਵੱਲੋਂ 150 ਨੂੰ ਧੋਖੇ ਦਾ ਸ਼ਿਕਾਰ ਬਣਾਇਆ ਗਿਆ। ਇਸ ਦੇ ਚੱਲਦਿਆਂ ਹੁਣ ਇਸ ਨੂੰ 18 ਮਹੀਨਿਆਂ ਦੇ ਲਈ ਪ੍ਰੋਬੇਸ਼ਨ ਅਧੀਨ ਰਹਿਣਾ ਪਵੇਗਾ, ਨਾਲ ਹੀ ਜੁਰਮਾਨਾ ਅਦਾ ਕਰਨਾ ਪਵੇਗਾ। ਏਅਰ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ 17,000 ਦੇ ਕਰੀਬ ਕਰਮਚਾਰੀਆਂ ਨੂੰ ਹੁਣ ਨੌਕਰੀ ਗਵਾਉਣੀ ਪੈ ਸਕਦੀ ਹੈ। ਇੱਕ ਹਫ਼ਤੇ ਦੇ ਵਿੱਚ ਇਹ ਦੂਸਰੀ ਵਾਰ ਹੈ ਜਦੋਂ ਏਅਰ ਕੈਨੇਡਾ ਵੱਲੋਂ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਹੋਵੇ। ਉਹਨਾਂ ਵੱਲੋਂ ਜੋ ਕੈਨੇਡਾ ਅੰਦਰ ਨਵੇਂ ਨਿਯਮ ਲਾਗੂ ਕੀਤੇ ਗਏ ਨੇ, ਜਿਸ ਦੇ ਮੁਤਾਬਕ ਹੁਣ ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ
ਕੋਵਿਡ-19 ਨੈਗੇਟਿਵ ਟੈਸਟ 에ਅਰਪੋਰਟ ਦੇ ਉੱਪਰ ਦਿਖਾਉਣਾ ਹੋਵੇਗਾ। ਇਸ ਨੂੰ ਅੱਗੇ ਤੱਕ ਵਧਾਉਣ ਦੀ ਜਾਣੀ ਕਿ ਇਸ ਨੂੰ ਡੀਲੇ ਕਰਨ ਦੀ ਮੰਗ ਕੀਤੀ ਗਈ ਸੀ, ਪਰ ਸਰਕਾਰ ਵੱਲੋਂ ਆਪਣਾ ਫੈਸਲਾ ਨਹੀਂ ਬਦਲਿਆ ਗਿਆ। ਹੁਣ ਵੀ 에ਅਰ ਕੈਨੇਡਾ ਵੱਲੋਂ ਇਹੀ ਤਰਕ ਦਿੱਤਾ ਗਿਆ ਹੈ ਕਿ ਜੋ ਕਮੀ ਦੇਖੀ ਜਾ ਰਹੀ ਹੈ, ਜੋ ਲੋਕ ਕੈਨੇਡਾ ਆਉਣ ਵਾਲੇ ਨੇ ਜਾਂ ਫਿਰ ਬੁਕਿੰਗ ਦੇ ਵਿੱਚ, ਉਸ ਦਾ ਕਾਰਨ ਸਿਰਫ ਇਹੀ ਹੈ ਜੋ ਨਵੇਂ ਨਿਯਮ ਜਲਦੀ ਦੇ ਵਿੱਚ ਸਰਕਾਰ ਵੱਲੋਂ ਲਾਗੂ ਕੀਤੇ ਗਏ ਨੇ। ਉਹਨਾਂ ਕਿਹਾ ਕਿ ਕੋਵਿਡ-19 ਦਾ ਅਸਰ ਟਰੈਵਲ ਇੰਡਸਟਰੀ ਦੇ ਉੱਪਰ ਕਾਫੀ ਜ਼ਿਆਦਾ ਪਿਆ ਹੈ। ਅਜਿਹੇ ਦੇ ਵਿੱਚ ਇਹ ਦੁਬਾਰਾ ਜਿਹੜੇ ਹੁਣ ਸਰਕਾਰ ਨੇ ਨਿਯਮ ਲਾਗੂ ਕਰ ਦਿੱਤੇ ਨੇ, ਉਸਨੇ ਇਸ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ। 에ਅਰ ਕੈਨੇਡਾ ਵੱਲੋਂ 25% ਕੈਪੈਸਿਟੀ ਘੱਟ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ 17,000 ਲੋਕਾਂ ਦੀ ਨੌਕਰੀ ਜਾਵੇਗੀ। ਇੱਕ ਹਫ਼ਤੇ ਤੋਂ ਘੱਟ ਦੇ ਵਿੱਚ ਹੀ ਕੈਨੇਡੀਅਨ 에ਅਰਲਾਈਨ ਵੱਲੋਂ ਇਸ ਤਰ੍ਹਾਂ ਦਾ ਦੂਜਾ ਐਲਾਨ ਕੀਤਾ ਗਿਆ ਹੈ। ਦੱਸੀਏ ਕਿ ਸ਼ੁੱਕਰਵਾਰ ਨੂੰ ਕੈਲਗਰੀ ਬੇਸਡ 에ਅਰਲਾਈਨ ਵੈਸਟਜੈਟ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਇੱਥੇ ਕੰਮ ਕਰਨ ਵਾਲੇ 1,000 ਕਰਮਚਾਰੀਆਂ ਨੂੰ ਕੱਢਿਆ ਜਾਵੇਗਾ। ਜੋ ਟਰੈਵਲ ਇੰਡਸਟਰੀ ਦੇ ਉੱਪਰ ਕੋਵਿਡ-19 ਵਾਇਰਸ ਦਾ ਪ੍ਰਭਾਵ ਪਿਆ ਹੈ, ਉਸ ਦੇ ਚੱਲਦਿਆਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਪਿਛਲੇ ਮਹੀਨੇ ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਰ ਕੈਨੇਡਾ ਦੇ ਵਿੱਚ ਆਉਣ ਵਾਲੇ ਯਾਤਰੀ ਨੂੰ ਹੁਣ PCR ਕਰੋਨਾ ਵਾਇਰਸ ਨੈਗੇਟਿਵ ਟੈਸਟ ਦਿਖਾਉਣਾ ਪਵੇਗਾ, ਜੋ ਕਿ 7 ਜਨਵਰੀ ਤੋਂ ਲਾਗੂ ਵੀ ਕਰ ਦਿੱਤਾ ਗਿਆ। ਹਾਲਾਂਕਿ 에ਅਰਲਾਈਨਸ ਵੱਲੋਂ ਇਸ ਦਾ ਵਿਰੋਧ ਜ਼ਰੂਰ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇੱਕ ਪੱਤਰ ਵੀ ਲਿਖਿਆ ਗਿਆ ਤਾਂ ਕਿ ਇਸ ਨਿਯਮ ਨੂੰ ਡੀਲੇ ਕਰ ਦਿੱਤਾ ਜਾਵੇ, ਪਰ ਸਰਕਾਰ ਵੱਲੋਂ ਆਪਣਾ ਫੈਸਲਾ ਨਹੀਂ ਬਦਲਿਆ ਗਿਆ। 에ਅਰ ਕੈਨੇਡਾ ਦੇ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਨੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨਵੇਂ ਨਿਯਮਾਂ ਦਾ ਕੰਪਨੀ ਦੀਆਂ ਬੁਕਿੰਗਸ ਦੇ ਉੱਪਰ ਅਸਰ ਪਿਆ ਹੈ। 에ਅਰਲਾਈਨ ਵੱਲੋਂ ਇੱਕ ਵਾਰ ਫਿਰ ਨਵੇਂ ਨਿਯਮਾਂ ਦੇ ਉੱਪਰ ਸਵਾਲ ਚੁੱਕੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਰੂਲਸ ਨੂੰ ਜਲਦੀ ਦੇ ਵਿੱਚ ਲਾਗੂ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਲਾਈਟਸ ਦੇ ਵਿੱਚ 80% ਦਾ ਫਰਕ ਦੇਖਿਆ ਗਿਆ ਹੈ। ਦੱਸ ਦਈਏ ਕਿ ਮਾਰਚ ਮਹੀਨੇ ਤੋਂ ਹੀ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆਂ ਕਈ ਤਰ੍ਹਾਂ ਦੀਆਂ ਟਰੈਵਲ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ, ਜਿਸ ਦਾ ਪ੍ਰਭਾਵ ਟਰੈਵਲ ਇੰਡਸਟਰੀ ਦੇ ਉੱਪਰ ਵੀ ਪਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਕੈਨੇਡੀਅਨਸ ਇਸ ਸਾਲ ਵੋਟ ਕਰਨਗੇ, ਜਾਣੀ ਕੈਨੇਡਾ ਅੰਦਰ ਇਸੇ ਸਾਲ ਚੋਣਾਂ ਹੋਣ ਵਾਲੀਆਂ ਨੇ। ਅਜਿਹੇ ਵਿੱਚ ਬ੍ਰੈਂਪਟਨ ਨਾਰਥ ਤੋਂ ਫੈਡਰਲ ਲਿਬਰਲ ਕੈਂਡੀਡੇਟ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ। ਇੱਥੋਂ ਉਮੀਦਵਾਰ ਹੋਵੇਗੀ ਰੂਬੀ ਸਹੋਤਾ। ਇੱਕ ਵਾਰ ਫਿਰ ਤੋਂ ਜੋ ਉਹਨਾਂ ਨੂੰ ਚੁਣਿਆ ਗਿਆ ਉਮੀਦਵਾਰ ਦੇ ਤੌਰ ਦੇ ਉੱਪਰ ਆਪਣੀ ਖੁਸ਼ੀ ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਦੁਬਾਰਾ ਤੋਂ ਕੈਂਡੀਡੇਟ ਜਾਣੀ ਕਿ ਉਮੀਦਵਾਰ ਚੁਣੇ ਜਾਣ ਦੇ ਉੱਪਰ ਉਹਨਾਂ ਨੂੰ ਮਾਣ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਸਾਲ ਕੈਨੇਡਾ ਦੇ ਵਿੱਚ ਚੋਣਾਂ ਹੋਣਗੀਆਂ। ਇਸ ਦੇ ਚੱਲਦਿਆਂ ਬ੍ਰੈਂਪਟਨ ਨਾਰਥ ਤੋਂ ਫੈਡਰਲ ਲਿਬਰਲ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇੱਥੋਂ ਰੂਬੀ ਸਹੋਤਾ ਇੱਕ ਵਾਰ ਫਿਰ ਤੋਂ ਫੈਡਰਲ ਲਿਬਰਲ ਪਾਰਟੀ ਦੀ ਉਮੀਦਵਾਰ ਹੋਵੇਗੀ। ਇਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਲਿਖਿਆ ਕਿ ਉਹਨਾਂ ਨੂੰ ਇਹ ਦੱਸਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਉਹ ਇੱਕ ਵਾਰ ਫਿਰ ਬ੍ਰੈਂਪਟਨ ਨਾਰਥ ਤੋਂ ਉਮੀਦਵਾਰ ਚੁਣੀ ਗਈ ਹੈ। ਦੱਸ ਦਈਏ ਕਿ ਰੂਬੀ ਸਹੋਤਾ 2015 ਤੋਂ ਕੈਨੇਡੀਅਨ ਹਾਊਸ ਆਫ ਕਾਮਨਸ ਦੀ ਮੈਂਬਰ ਹੈ। ਆਪਣੀ ਪੋਸਟ ਦੇ ਵਿੱਚ ਸਹੋਤਾ ਨੇ ਲਿਖਿਆ ਕਿ 2015 ਤੋਂ ਉਸਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਉਹ ਆਪਣੇ ਬੇਟੇ ਅਤੇ ਕੈਨੇਡੀਅਨਸ ਦੇ ਲਈ ਇੱਕ ਬੈਟਰ ਕੈਨੇਡਾ ਬਣਾਵੇ। ਪਿਛਲੇ ਸਾਲ ਕੋਵਿਡ-19 ਨੇ ਸਾਨੂੰ ਦੱਸ ਦਿੱਤਾ ਕਿ ਅਜਿਹੇ ਬਹੁਤ ਸਾਰੇ ਜ਼ਰੂਰੀ ਕੰਮ ਹਨ ਜਿਨ੍ਹਾਂ ਨੂੰ ਕਰਨਾ ਬਾਕੀ ਹੈ। ਮੇਰਾ ਹਮੇਸ਼ਾ ਇਹੀ ਮਕਸਦ ਹੋਵੇਗਾ ਕਿ ਮੈਂ ਉਹ ਜ਼ਰੂਰੀ ਕੰਮਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਕਰਾਂ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਸੀ ਕਿ ਕੈਨੇਡੀਅਨਸ ਇਸ ਸਾਲ ਵੋਟ ਕਰਨਗੇ, ਜਾਣੀ ਕੈਨੇਡਾ ਅੰਦਰ ਇਸ ਸਾਲ ਹੀ ਚੋਣਾਂ ਹੋਣਗੀਆਂ। ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਆਪਣੇ ਕੈਬਨਿਟ ਦੇ ਵਿੱਚ ਵੀ ਫੇਰ ਬਦਲ ਕੀਤਾ ਗਿਆ ਹੈ। ਸੋ ਇਹਨਾਂ ਚੋਣਾਂ ਦੇ ਮੱਦੇਨਜ਼ਰ ਹੀ ਇਹ ਐਲਾਨ ਕੀਤਾ ਗਿਆ ਹੈ ਉਮੀਦਵਾਰ ਦਾ, ਜੋ ਕਿ ਬ੍ਰੈਂਪਟਨ ਨਾਰਥ ਤੋਂ ਕੀਤਾ ਗਿਆ। ਜੋ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ, ਉਹਨਾਂ ਵਾਸਤੇ ਇੱਕ ਚੰਗੀ ਖਬਰ ਆਈ ਹੈ। ਕੈਨੇਡਾ ਵੱਲੋਂ ਇਸ ਦੇ ਨਾਲ ਸੰਬੰਧਿਤ ਪ੍ਰੋਸੈਸ ਮੁਕੰਮਲ ਕਰ ਲਿਆ ਗਿਆ, ਜਾਣੀ ਕਿ ਹੁਣ ਇਨਵੀਟੇਸ਼ਨ ਭੇਜੇ ਜਾ ਰਹੇ ਹਨ ਉਹਨਾਂ ਨੂੰ ਜੋ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ। ਪਹਿਲੇ ਰਾਊਂਡ ਦੇ ਵਿੱਚ 10,000 ਇਨਵੀਟੇਸ਼ਨ ਦਿੱਤੇ ਜਾਣਗੇ। ਟੀਚਾ 30,000 ਦਾ ਰੱਖਿਆ ਗਿਆ ਹੈ। ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਵੱਲੋਂ ਇਨਵੀਟੇਸ਼ਨ ਭੇਜਣ ਦਾ ਪ੍ਰੋਸੈਸ ਪੂਰਾ ਕਰ ਲਿਆ ਗਿਆ ਹੈ। 2020 ਦੇ PGP ਪ੍ਰੋਗਰਾਮ ਤਹਿਤ ਸੱਦੇ ਭੇਜਣੇ ਸ਼ੁਰੂ ਕੀਤੇ ਗਏ ਨੇ। 2 ਹਫ਼ਤੇ ਪਹਿਲਾਂ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ PGP 2020 ਦੀ ਲੋਟਰੀ ਕੱਢੀ ਗਈ ਸੀ। ਜਿਨ੍ਹਾਂ ਵੀ ਸਪਾਂਸਰਸ ਨੂੰ ਇਨਵੀਟੇਸ਼ਨ ਮਿਲੇਗਾ, ਉਹਨਾਂ ਕੋਲ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਦਾ ਸਮਾਂ ਹੋਵੇਗਾ। IRCC ਵੱਲੋਂ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਸਪਾਂਸਰਸ ਨੇ ਅਰਜ਼ੀ ਜਮ੍ਹਾਂ ਕਰਵਾਈ ਹੈ ਪਰ ਇਨਵੀਟੇਸ਼ਨ ਈਮੇਲ ਨਹੀਂ ਮਿਲੀ, ਉਹ ਆਪਣੀ ਜੰਕ ਮੇਲ ਧਿਆਨ ਦੇ ਨਾਲ ਦੇਖਣ।
IRCC ਦੀ ਵੈਬਸਾਈਟ ਦੇ ਉੱਪਰ ਵੀ ਇਨਵੀਟੇਸ਼ਨ ਬਾਰੇ ਵਿੱਚ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇੱਥੋਂ ਵੀ ਇਨਵੀਟੇਸ਼ਨ ਸਟੇਟਸ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਪਹਿਲੇ ਰਾਊਂਡ ਦੇ ਤਹਿਤ 10,000 ਐਪਲੀਕੇਸ਼ਨਸ 2020 ਦੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੇ ਲਈ ਲਈਆਂ ਜਾਣਗੀਆਂ। ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ 2021 PGP ਦੇ ਲਈ ਕੈਨੇਡਾ ਵੱਲੋਂ 30,000 ਸੱਦੇ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਸੰਬੰਧਿਤ ਜਿਹੜੀ ਵੀ ਜਾਣਕਾਰੀ ਹੋਵੇਗੀ IRCC ਵੱਲੋਂ ਆਪਣੀ ਵੈਬਸਾਈਟ ਦੇ ਉੱਪਰ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਉੱਥੋਂ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸਸਕੈਚੁਆਨ ਵੱਲੋਂ 2021 ਦਾ ਪਹਿਲਾ ਡਰਾਅ ਕੱਢਿਆ ਗਿਆ ਹੈ। ਇਸ ਡਰਾਅ ਦੇ ਤਹਿਤ 385 ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਸਸਕੈਚੁਆਨ ਵੱਲੋਂ 2021 ਦੇ ਪਹਿਲੇ ਡਰਾਅ ਦਾ ਐਲਾਨ ਕੀਤਾ ਗਿਆ ਹੈ। ਇਸ PNP ਡਰਾਅ ਦੇ ਤਹਿਤ 385 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਇਹ ਡਰਾਅ 7 ਜਨਵਰੀ ਨੂੰ ਕੱਢਿਆ ਗਿਆ। ਇਸ ਤਹਿਤ ਪ੍ਰੋਵਿੰਸ਼ੀਅਲ ਨੋਮੀਨੀ ਫਾਰ ਕੈਨੇਡਾ PR ਦੇ ਲਈ ਸੱਦਾ ਦਿੱਤਾ ਗਿਆ। ਸਸਕੈਚੁਆਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਵੱਲੋਂ ਇੰਟਰਨੈਸ਼ਨਲ ਸਕਿਲਡ ਵਰਕਰਸ ਕੈਟੇਗਰੀ ਅਧੀਨ ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤਾ ਗਿਆ। ਇਸ ਦੀਆਂ ਅੱਗੇ 2 ਸਬ ਕੈਟੇਗਰੀਜ਼ ਵੀ ਹਨ, ਐਕਸਪ੍ਰੈਸ ਐਂਟਰੀ ਅਤੇ ਆਕਿਊਪੇਸ਼ਨ ਇਨ ਡਿਮਾਂਡ। ਚੁਣਿੰਦਾ ਕੰਮਕਾਜ ਦਾ ਜਿਨ੍ਹਾਂ ਉਮੀਦਵਾਰਾਂ ਨੂੰ ਤਜਰਬਾ ਸੀ ਉਹਨਾਂ ਨੂੰ ਸੱਦਾ ਦਿੱਤਾ ਗਿਆ ਹੈ। 385 ਵਿੱਚੋਂ 148 ਸੱਦੇ ਐਕਸਪ੍ਰੈਸ ਐਂਟਰੀ ਦੇ ਤਹਿਤ, 237 ਸੱਦੇ ਆਕਿਊਪੇਸ਼ਨ ਇਨ ਡਿਮਾਂਡ ਤਹਿਤ ਜਾਰੀ ਕੀਤੇ ਗਏ ਹਨ। ਇਨਵਾਈਟ ਲੈਣ ਵਾਸਤੇ ਉਮੀਦਵਾਰਾਂ ਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਪ੍ਰੋਫਾਈਲ SINP ਦੇ ਨਾਲ ਜਮ੍ਹਾਂ ਕਰਾਉਣੀ ਜ਼ਰੂਰੀ ਸੀ। ਨਾਲ ਹੀ 71 EOI ਸਕੋਰਸ ਦੀ ਜ਼ਰੂਰਤ ਸੀ। ਸਸਕੈਚੁਆਨ ਵੱਲੋਂ ਉਮੀਦਵਾਰਾਂ ਨੂੰ 100 ਦੇ ਵਿੱਚੋਂ ਪੁਆਇੰਟਸ ਦਿੱਤੇ ਜਾਂਦੇ ਹਨ ਤੇ ਜਿਸ ਉਮੀਦਵਾਰ ਨੂੰ ਜ਼ਿਆਦਾ ਨੰਬਰ ਮਿਲਣ ਉਸ ਨੂੰ ਸੱਦਾ ਜਾਰੀ ਕੀਤਾ ਜਾਂਦਾ ਹੈ। ਇਸੇ ਦੇ ਤਹਿਤ ਸਸਕੈਚੁਆਨ ਵੱਲੋਂ ਜੋ 2021 ਦਾ ਪਹਿਲਾ ਡਰਾਅ ਐਲਾਨਿਆ ਗਿਆ ਹੈ ਉਸ ਦੇ ਤਹਿਤ 385 ਨੂੰ ਇਨਵੀਟੇਸ਼ਨ ਦਿੱਤੇ ਗਏ ਨੇ। ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਸੰਸਦ ਮੈਂਬਰ ਰੌਕ ਖੰਨਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਮਰੀਕਨ ਸੰਸਦ ਮੈਂਬਰਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ। ਇਹ ਧਮਕੀਆਂ ਉਹਨਾਂ ਸੰਸਦ ਮੈਂਬਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜੋ ਬਾਈਡਨ ਦੇ ਪੱਖ ਦੇ ਵਿੱਚ ਨੇ, ਉਹਨਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆਏ ਨੇ। ਇਹ ਜਾਣਕਾਰੀ ਉਹਨਾਂ ਵੱਲੋਂ ਇੱਕ ਇੰਟਰਵਿਊ ਦੌਰਾਨ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਕਿਹਨਾਂ ਨੂੰ ਇਹ ਧਮਕੀਆਂ ਮਿਲ ਰਹੀਆਂ ਨੇ। ਉਹਨਾਂ ਦੇ ਨਾਮ ਤਾਂ ਉਹ ਨਹੀਂ ਸਾਂਝੇ ਕਰਨਾ ਚਾਹੁੰਦੇ ਪਰ ਇਹ ਜਾਣਕਾਰੀ ਉਹਨਾਂ ਵੱਲੋਂ ਜ਼ਰੂਰ ਦੱਸੀ ਗਈ ਹੈ। ਅਮਰੀਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਸੰਸਦ ਮੈਂਬਰ ਜੋ ਬਾਈਡਨ ਦੀ ਜਿੱਤ ਦੀ ਹਮਾਇਤ ਕਰ ਰਹੇ ਹਨ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਇਸ ਦੀ ਜਾਣਕਾਰੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਸੰਸਦ ਰੌਕ ਖੰਨਾ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਦਾ ਪ੍ਰਸਤਾਵ ਯਾਨੀ ਕਿ ਪ੍ਰਪੋਜ਼ਲ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਅਮਰੀਕਾ ਦੇ ਵਿੱਚ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਚੁਣੇ ਗਏ ਜੋ ਬਾਈਡਨ ਦੀ ਜਿੱਤ ਤੇ ਮੋਹਰ ਲਗਾਉਣ ਦੇ ਲਈ ਬੀਤੀ 6 ਜਨਵਰੀ ਨੂੰ ਸੰਸਦ ਦਾ ਸੰਯੁਕਤ ਸੈਸ਼ਨ ਬੁਲਾਇਆ ਗਿਆ ਸੀ। ਇਸ ਦੌਰਾਨ ਹਿੰਸਾ ਦੇਖਣ ਨੂੰ ਮਿਲੀ। ਟਰੰਪ ਸਮਰਥਕਾਂ ਨੇ ਕੈਪੀਟੋਲ ਬਿਲਡਿੰਗ ਦੇ ਉੱਪਰ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਸ਼ਾਂਤ ਕਰਵਾਇਆ ਗਿਆ। ਜਿਵੇਂ ਹੀ ਇਹ ਮਾਮਲਾ ਸ਼ਾਂਤ ਹੋਇਆ ਉਸ ਤੋਂ ਬਾਅਦ ਬਾਈਡਨ ਦੀ ਜਿੱਤ ਤੇ ਮੋਹਰ ਲਗਾਉਣ ਦੀ ਰਸਮ ਪੂਰੀ ਕੀਤੀ ਗਈ। ਖੰਨਾ ਨੇ ਇੱਕ ਇੰਟਰਵਿਊ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵੇਂ ਸੰਸਦ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਹਿੰਸਾ ਦਾ ਖਤਰਾ ਸਿਰਫ ਡੈਮੋਕ੍ਰੇਟ ਆਗੂਆਂ ਨੂੰ ਹੀ ਨਹੀਂ ਬਲਕਿ ਇਹ ਖਤਰਾ ਰਿਪਬਲਿਕਨ ਆਗੂਆਂ ਨੂੰ ਵੀ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਖੰਨਾ ਨੇ ਕਿਹਾ ਕਿ ਮੈਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਧਮਕੀਆਂ ਕਿਹੜੇ ਲੋਕਾਂ ਨੂੰ ਮਿਲ ਰਹੀਆਂ ਹਨ। ਦੱਸੀਏ ਕਿ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਸਹੁੰ ਚੁੱਕਣ ਜਾ ਰਹੇ ਹਨ। ਅਜਿਹੇ ਵਿੱਚ ਵਾਸ਼ਿੰਗਟਨ ਅੰਦਰ ਐਮਰਜੈਂਸੀ ਲਗਾ ਦਿੱਤੀ ਗਈ ਹੈ ਤਾਂ ਕਿ ਹੁਣ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਇੱਥੇ ਨਾ ਵਾਪਰੇ। YouTube ਵੱਲੋਂ ਵੀ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਪਰ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ Facebook ਅਤੇ Twitter ਨੇ ਕਾਰਵਾਈ ਕਰਦਿਆਂ ਉਹਨਾਂ ਦੇ ਅਕਾਊਂਟ ਹਟਾ ਦਿੱਤੇ ਨੇ। ਹੁਣ YouTube ਵੱਲੋਂ ਪਹਿਲਾਂ ਤਾਂ ਉਹਨਾਂ ਦੀ ਉਹ ਵੀਡੀਓ ਹਟਾਈ ਗਈ ਜਿਸ ਤੋਂ ਉਹਨਾਂ ਵੱਲੋਂ ਆਪਣੇ ਸਮਰਥਕਾਂ ਨੂੰ ਭੜਕਾਇਆ ਗਿਆ ਸੀ। YouTube ਨੇ ਕਿਹਾ ਹੈ ਕਿ ਜੋ ਵੀ ਨਿਯਮ ਸਨ, ਜੋ ਗਾਈਡਲਾਈਨ ਸਨ YouTube ਦੀਆਂ, ਉਹਨਾਂ ਦਾ ਉਲੰਘਣ ਟਰੰਪ ਵੱਲੋਂ ਕੀਤਾ ਗਿਆ। ਇਸ ਸਮੇਂ ਤੱਕ ਕੁਝ ਸਮੇਂ ਦੇ ਲਈ ਉਹਨਾਂ ਦੇ ਅਕਾਊਂਟ ਨੂੰ ਸਸਪੈਂਡ ਕੀਤਾ ਹੈ, ਜਾਣੀ ਉਹਨਾਂ ਦੇ ਚੈਨਲ ਨੂੰ ਬੰਦ ਕੀਤਾ ਗਿਆ, ਪਰ ਅੱਗੇ ਕਾਰਵਾਈ ਜ਼ਰੂਰ ਕੀਤੀ ਜਾ ਸਕਦੀ ਹੈ। ਨਾਲ ਹੀ ਦੱਸ ਦਈਏ ਕਿ YouTube ਵੱਲੋਂ ਇਸ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ, ਪਰ ਹੁਣ ਜਿਹੜੇ ਟਰੰਪ ਨੇ ਇਸ ਦੇ ਉੱਪਰ ਨਾ ਤੇ ਆਪਣੀ ਵੀਡੀਓ ਅਪਲੋਡ ਕਰ ਸਕਦੇ ਨੇ ਨਾ ਤੇ ਲਾਈਵ ਸਟ੍ਰੀਮ ਕਰ ਸਕਦੇ ਹਨ। Facebook ਅਤੇ Twitter ਤੋਂ ਬਾਅਦ ਹੁਣ YouTube ਨੇ ਵੀ ਟਰੰਪ ਦੇ ਉੱਪਰ ਕਾਰਵਾਈ ਕੀਤੀ ਹੈ। YouTube ਨੇ ਟਰੰਪ ਦੇ ਚੈਨਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਚੈਨਲ ਨੂੰ ਘੱਟੋ-ਘੱਟ ਇੱਕ ਹਫ਼ਤੇ ਦੇ ਲਈ YouTube ਵੱਲੋਂ ਬੰਦ ਕੀਤਾ ਗਿਆ।
ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਅੱਗਿਓਂ ਵੀ ਸਸਪੈਂਡ ਰੱਖਿਆ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਟਰੰਪ ਦੇ ਚੈਨਲ ਵੱਲੋਂ YouTube ਦੀਆਂ ਨੀਤੀਆਂ ਦਾ ਉਲੰਘਣ ਕੀਤਾ ਗਿਆ ਹੈ। ਟਰੰਪ ਦੇ ਚੈਨਲ ਤੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਪੋਸਟ ਹੋਈ ਸੀ, ਜਿਸ ਤੋਂ ਬਾਅਦ ਅਮਰੀਕਾ ਦੇ ਵਿੱਚ ਹਿੰਸਾ ਭੜਕੀ ਸੀ। ਇਸ ਵੀਡੀਓ ਤੋਂ ਬਾਅਦ ਹੀ ਟਰੰਪ ਦੇ ਸਪੋਰਟਰਸ ਵੱਲੋਂ ਕੈਪੀਟੋਲ ਬਿਲਡਿੰਗ ਦੇ ਵਿੱਚ ਹਿੰਸਾ ਕੀਤੀ ਗਈ। YouTube ਨੇ ਦੱਸਿਆ ਹੈ ਕਿ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਉਹਨਾਂ ਵੱਲੋਂ ਜੋ ਟਰੰਪ ਦੇ ਉੱਪਰ ਇਹ ਕਾਰਵਾਈ ਕੀਤੀ ਗਈ ਹੈ, ਇਸ ਦੇ ਨਾਲ ਸੰਬੰਧਿਤ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ ਇਹੀ ਕਿਹਾ ਗਿਆ ਹੈ ਕਿ ਇੱਕ ਹਫ਼ਤੇ ਤੋਂ ਬਾਅਦ ਅਗਲੇ ਫੈਸਲੇ ਤੇ ਵਿਚਾਰ ਕੀਤੀ ਜਾਵੇਗੀ। YouTube ਇੱਕ ਅਜਿਹਾ ਸੋਸ਼ਲ ਮੀਡੀਆ ਪਲੇਟਫਾਰਮ ਬਚਿਆ ਸੀ ਜਿਸ ਨੇ ਟਰੰਪ ਨੂੰ ਸਸਪੈਂਡ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ ਫੇਸਬੁੱਕ ਨੇ ਟਰੰਪ ਦੇ ਅਕਾਊਂਟ ਨੂੰ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ, ਜਦਕਿ ਟਵਿੱਟਰ ਨੇ ਟਰੰਪ ਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾ ਦਿੱਤੀ। YouTube ਦੇ ਬੁਲਾਰੇ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਧਿਆਨ ਦੇ ਨਾਲ ਰਿਵਿਊ ਕਰਨ ਤੋਂ ਬਾਅਦ ਤੇ ਹਿੰਸਾ ਦੇ ਲਈ ਚੱਲ ਰਹੀਆਂ ਸੰਭਾਵਨਾਵਾਂ ਬਾਰੇ ਚਿੰਤਤ ਹੋ ਕੇ ਅਸੀਂ ਟਰੰਪ ਦੇ ਚੈਨਲ ਤੇ ਅਪਲੋਡ ਕੀਤੀ ਗਈ ਸਮੱਗਰੀ ਨੂੰ ਹਟਾ ਦਿੱਤਾ ਹੈ, ਜਾਣੀ ਕਿ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਹੈ। ਹਿੰਸਾ ਭੜਕਾਉਣ ਦੇ ਲਈ ਟਰੰਪ ਵੱਲੋਂ ਸਾਡੀਆਂ ਨੀਤੀਆਂ ਦਾ ਉਲੰਘਣ ਕੀਤਾ ਗਿਆ। ਇਸ ਦੇ ਚੱਲਦਿਆਂ ਅਸੀਂ ਚੈਨਲ ਤੇ ਨਵੀਂ ਵੀਡੀਓ ਜਾਂ ਲਾਈਵ ਸਟ੍ਰੀਮ ਨੂੰ ਘੱਟੋ-ਘੱਟ 7 ਦਿਨਾਂ ਤੱਕ ਅਪਲੋਡ ਕਰਨ ਦੇ ਲਈ ਰੋਕਿਆ ਹੈ। ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਅਮਰੀਕਾ ਦੇ ਵਿੱਚ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਜਾਏਗੀ। 67 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੋਵੇ। ਇਸ ਔਰਤ ਦੇ ਉੱਪਰ ਦੋਸ਼ ਸੀ ਕਿ ਇਸਨੇ ਇੱਕ ਗਰਭਵਤੀ ਔਰਤ ਨੂੰ ਮਾਰ ਕੇ ਉਸਦੇ ਬੱਚੇ ਨੂੰ ਬਾਹਰ ਕੱਢ ਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਵੱਲੋਂ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਕਿ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਅਮਰੀਕਾ ਦੇ ਵਿੱਚ 67 ਸਾਲ ਦੇ ਵਿੱਚ ਪਹਿਲੀ ਵਾਰ ਇੱਕ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ। ਅਮਰੀਕਾ ਦੀ ਸੁਪਰੀਮ ਕੋਰਟ ਨੇ ਇਸ ਔਰਤ ਦੀ ਮੌਤ ਦੀ ਸਜ਼ਾ ਤੇ ਰੋਕ ਲਗਾਉਣ ਸੰਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਇਸ ਔਰਤ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ। ਅਮਰੀਕੀ ਸਰਕਾਰ ਨੇ ਲਿਜ਼ਾ ਨਾਮਕ ਔਰਤ ਦੀ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਤਿਆਰੀ ਕਰ ਲਈ ਹੈ। ਲਿਜ਼ਾ ਅਮਰੀਕਾ ਦੇ ਮਿਸੂਰੀ ਵਿੱਚ ਰਹਿਣ ਵਾਲੀ ਇੱਕ ਗਰਭਵਤੀ ਔਰਤ ਦੀ ਹੱਤਿਆ ਤੋਂ ਬਾਅਦ ਉਸਦੇ ਗਰਭ 'ਚੋਂ ਬੱਚੀ ਕੱਢ ਕੇ ਆਪਣੇ ਕਬਜ਼ੇ ਵਿੱਚ ਲੈਣ ਦੀ ਦੋਸ਼ੀ ਹੈ। ਅਮਰੀਕਾ ਦੇ ਵਿੱਚ ਲਗਭਗ 7 ਦਹਾਕਿਆਂ ਤੋਂ ਬਾਅਦ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਦੋਸ਼ੀ ਲਿਜ਼ਾ ਨੂੰ ਇੰਡੀਆਨਾ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਆਮ ਤੌਰ ਦੇ ਉੱਪਰ ਉੱਚ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਮੌਤ ਦੀ ਸਜ਼ਾ ਦੇਣ ਵਾਲੇ ਕੈਦੀ ਨੂੰ ਫਾਂਸੀ ਤੋਂ ਘੱਟੋ-ਘੱਟ 20 ਦਿਨ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਜੇ ਉੱਚ ਵਿਭਾਗ ਜਨਵਰੀ ਵਿੱਚ ਤਾਰੀਖ ਨੂੰ ਮੁੜ ਤੋਂ ਨਿਰਧਾਰਿਤ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਮੌਤ ਦੀ ਸਜ਼ਾ ਦੀ ਤਾਰੀਖ 20 ਜਨਵਰੀ ਜਾਣੀ ਕਿ ਜਿਸ ਦਿਨ ਜੋ ਬਾਈਡਨ ਦਾ ਸਹੁੰ ਚੁੱਕ ਸਮਾਗਮ ਹੈ ਉਸ ਤੋਂ ਬਾਅਦ ਹੋਵੇਗੀ। ਪ੍ਰੋਵਿੰਸਸ ਵੱਲੋਂ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉੱਥੇ ਕਰੋਨਾ ਵੈਕਸੀਨ ਮੁੱਕਦੀ ਜਾ ਰਹੀ ਹੈ। ਸੋ ਹੁਣ ਇੱਕ ਅਪਡੇਟ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਕਰੋਨਾ ਵੈਕਸੀਨ ਦੀ ਸਪਲਾਈ ਕਾਫੀ ਜ਼ਿਆਦਾ ਸਲੋ ਹੈ, ਇਸ ਦੇ ਚੱਲਦਿਆਂ ਹੁਣ ਜੋ ਦੂਸਰਾ ਡੋਜ਼ ਹੈ ਉਸ ਨੂੰ ਡੀਲੇ ਕੀਤਾ ਜਾ ਸਕਦਾ ਹੈ ਤਾਂ ਕਿ ਜੋ ਪਹਿਲਾ ਕਰੋਨਾ ਟੀਕੇ ਦਾ ਡੋਜ਼ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮੇਂ ਸਿਰ ਦਿੱਤਾ ਜਾ ਸਕੇ। ਜੇਕਰ ਕਰੋਨਾ ਵੈਕਸੀਨ ਕੈਨੇਡਾ ਦੇ ਵਿੱਚ ਘਟਦੀ ਹੈ ਤਾਂ ਫਿਰ ਦੂਸਰੇ ਡੋਜ਼ ਨੂੰ ਡੀਲੇ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਕੈਨੇਡਾ ਦੇ ਨੈਸ਼ਨਲ ਪੈਨਲ ਨੇ ਸਾਂਝੀ ਕੀਤੀ ਹੈ। ਪੈਨਲ ਨੇ ਕਿਹਾ ਕਿ ਟੀਕੇ ਦੀ ਸਪਲਾਈ ਸਲੋ ਹੈ, ਜਿਸ ਦੇ ਚੱਲਦਿਆਂ ਦੂਸਰਾ ਡੋਜ਼ ਲੇਟ ਕੀਤਾ ਜਾ ਸਕਦਾ ਹੈ। ਦੂਸਰੇ ਡੋਜ਼ ਨੂੰ 3 ਜਾਂ 4 ਹਫ਼ਤਿਆਂ ਦੀ ਬਜਾਏ 6 ਹਫ਼ਤੇ ਤੱਕ ਲੇਟ ਕਰਨਾ ਪੈ ਸਕਦਾ ਹੈ ਤਾਂ ਕਿ ਜ਼ਿਆਦਾ ਲੋਕਾਂ ਨੂੰ ਕਰੋਨਾ ਵਾਇਰਸ ਵੈਕਸੀਨ ਦਾ ਪਹਿਲਾ ਡੋਜ਼ ਦਿੱਤਾ ਜਾ ਸਕੇ। ਦੱਸੀਏ ਕਿ ਕਈ ਪ੍ਰੋਵਿੰਸਸ ਵੱਲੋਂ ਵੈਕਸੀਨ ਮੁੱਕਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਹੁਣ ਤੱਕ ਕੈਨੇਡਾ ਅੰਦਰ 5,50,000 ਕੋਵਿਡ-19 ਵੈਕਸੀਨ ਦੀਆਂ ਡੋਜ਼ਸ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 71% ਟੀਕੇ ਲਗਾਏ ਜਾ ਚੁੱਕੇ ਹਨ। ਕੈਨੇਡਾ ਅੰਦਰ ਇਸ ਹਫ਼ਤੇ ਦੇ ਆਖਿਰ ਤੱਕ 3,80,000 ਹੋਰ ਵੈਕਸੀਨ ਆਵੇਗੀ। ਨਾਲ ਹੀ ਇੱਕ ਹੋਰ ਜਾਣਕਾਰੀ ਦੱਸ ਦਈਏ ਕਿ ਨੋਵਾ ਸਕੋਸ਼ੀਆ ਵੱਲੋਂ ਰੋਟੇਸ਼ਨਲ ਵਰਕਰਸ ਦੇ ਲਈ ਕਰੋਨਾ ਟੈਸਟਿੰਗ ਜ਼ਰੂਰੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਚੀਫ ਮੈਡੀਕਲ ਆਫੀਸਰ ਡਾਕਟਰ ਰੌਬਰਟ ਨੇ ਸਾਂਝੀ ਕੀਤੀ ਹੈ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਇਸ ਸਮੇਂ ਫਾਈਜ਼ਰ ਅਤੇ ਮੋਡਰਨਾ 2 ਕੰਪਨੀਆਂ ਦੇ ਟੀਕੇ ਇੱਥੇ ਲਗਾਏ ਜਾ ਰਹੇ ਹਨ ਤੇ ਕੈਨੇਡਾ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਜਲਦ ਤੋਂ ਜਲਦ ਜ਼ਿਆਦਾ ਲੋਕਾਂ ਤੱਕ ਇਸ ਟੀਕੇ ਨੂੰ ਪਹੁੰਚਾਇਆ ਜਾ ਸਕੇ ਤਾਂ ਕਿ ਜੋ ਕਰੋਨਾ ਵਾਇਰਸ ਦੀ ਸਥਿਤੀ ਕੈਨੇਡਾ ਦੇ ਵਿੱਚ ਬਣੀ ਹੋਈ ਹੈ ਉਸ ਦੇ ਉੱਪਰ ਕਾਬੂ ਪਾਇਆ ਜਾ ਸਕੇ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਮੇਂ-ਸਮੇਂ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸਾਂਝੀ ਕਰਦੇ ਰਹਿੰਦੇ ਹਨ ਅਤੇ ਵੈਕਸੀਨ ਦੇ ਰੋਲ ਆਊਟ ਪਲਾਨਸ ਪ੍ਰੋਵਿੰਸ ਦੇ ਪ੍ਰੀਮੀਅਰਸ ਵੱਲੋਂ ਵੀ ਸਾਂਝੇ ਕੀਤੇ ਜਾ ਰਹੇ ਨੇ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੋਵਿਡ-19 ਦਾ ਪ੍ਰਭਾਵ ਹੈ। ਕੈਲੀਫੋਰਨੀਆ ਦੇ ਵਿੱਚ ਵੀ ਇਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਕੈਲੀਫੋਰਨੀਆ ਦੀਆਂ ਜਿਹੜੀਆਂ ਜੇਲ੍ਹਾਂ ਨੇ ਉਸ ਦੇ ਵਿੱਚ ਜੋ ਕੈਦੀ ਮੌਜੂਦ ਹਨ ਉਹਨਾਂ ਨੂੰ ਵੀ ਕਰੋਨਾ ਵਾਇਰਸ ਆਪਣਾ ਸ਼ਿਕਾਰ ਲਗਾਤਾਰ ਬਣਾ ਰਿਹਾ ਹੈ। ਕੋਈ ਪਹਿਲਾ ਮਾਮਲਾ ਤਾਂ ਕੈਲੀਫੋਰਨੀਆ ਤੋਂ ਅਜਿਹਾ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਕਈ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਿੱਥੇ ਜੇਲ੍ਹ ਦੇ ਕਰਮਚਾਰੀ ਪੋਜ਼ਿਟਿਵ ਪਾਏ ਗਏ ਨੇ ਕੋਵਿਡ ਦੇ। ਹੁਣ ਇੱਕ ਹੋਰ ਤਾਜ਼ਾ ਮਾਮਲਾ ਇਸ ਦੇ ਨਾਲ ਸੰਬੰਧਿਤ ਸਾਹਮਣੇ ਆਇਆ ਹੈ। ਅਮਰੀਕਾ ਦੇ ਵਿੱਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਦੇ ਵਿੱਚ ਕੈਲੀਫੋਰਨੀਆ ਦੀ ਜੇਲ੍ਹ ਦੇ ਵਿੱਚ ਵੀ ਕਰੋਨਾ ਦੀ ਮਾਰ ਪਈ ਹੈ, ਜਿੱਥੇ 3 ਵਿੱਚੋਂ ਇੱਕ ਕੈਦੀ ਵਾਇਰਸ ਦੇ ਨਾਲ ਪੀੜਤ ਪਾਇਆ ਗਿਆ। ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀਆਂ ਜੇਲ੍ਹਾਂ ਨੂੰ ਵੀ ਕਰੋਨਾ ਵਾਇਰਸ ਨੇ ਆਪਣਾ ਸ਼ਿਕਾਰ ਬਣਾਇਆ ਹੈ। ਕੈਲੀਫੋਰਨੀਆ ਦੀਆਂ ਕਈ ਜੇਲ੍ਹਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਤਾਜ਼ਾ ਮਾਮਲਾ ਸੈਨ ਲੁਇਸ ਓਬਿਸਪੋ ਦੇ ਬਾਹਰੀ ਹਿੱਸੇ ਵਿੱਚ ਸਥਿਤ ਕੈਲੀਫੋਰਨੀਆ CMC ਸਟੇਟ ਜੇਲ੍ਹ ਦੇ ਵਿੱਚੋਂ ਸਾਹਮਣੇ ਆਇਆ ਹੈ। ਪਿਛਲੇ ਹਫ਼ਤੇ ਦੇ ਆਖਿਰ ਦੇ ਵਿੱਚ ਲਗਭਗ 3 ਵਿੱਚੋਂ ਇੱਕ ਕੈਦੀ ਕਰੋਨਾ ਦੇ ਨਾਲ ਪੀੜਤ ਪਾਇਆ ਗਿਆ। ਵਾਇਰਸ ਦੇ ਇਹ ਮਾਮਲੇ ਕੈਲੀਫੋਰਨੀਆ ਦੀਆਂ 34 ਜੇਲ੍ਹਾਂ ਦੇ ਵਿੱਚੋਂ ਸਾਹਮਣੇ ਆ ਚੁੱਕੇ ਹਨ। ਇਹ ਜਾਣਕਾਰੀ CDCR ਵੱਲੋਂ ਸਾਂਝੀ ਕੀਤੀ ਗਈ ਹੈ। ਆਪਣੀ ਰਿਪੋਰਟ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ 1959 ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇਸ ਜੇਲ੍ਹ 'ਚ ਕੈਦੀਆਂ ਦਾ ਪਹਿਲਾ ਪੋਜ਼ਿਟਿਵ ਮਾਮਲਾ ਸਾਹਮਣੇ ਆਇਆ ਸੀ ਅਤੇ ਮਾਰਚ ਤੋਂ ਪੈਂਡੇਮਿਕ ਦੇ ਜ਼ਿਆਦਾ ਫੈਲਣ ਦੇ ਨਾਲ ਸਤੰਬਰ ਦੇ ਵਿੱਚ 2 ਕੈਦੀਆਂ ਦੀ ਮੌਤ ਹੋ ਗਈ ਸੀ। ਕੈਲੀਫੋਰਨੀਆ ਪੁਰਸ਼ ਕਲੋਨੀ ਜੇਲ੍ਹ ਜੋ ਕਿ ਹਾਈਵੇ 1 ਤੇ ਸੈਨ ਲੁਇਸ ਓਬਿਸਪੋ ਦੇ ਬਿਲਕੁਲ ਬਾਹਰ ਸਥਿਤ ਹੈ। ਇਸ ਵਿੱਚ ਲਗਭਗ 3800 ਕੈਦੀ ਅਤੇ 1800 ਸਟਾਫ ਮੈਂਬਰ ਰਹਿੰਦੇ ਹਨ। ਕੈਦੀਆਂ ਤੋਂ ਇਲਾਵਾ ਕੁੱਲ 391 ਕਰਮਚਾਰੀਆਂ ਦੇ ਟੈਸਟ ਪੋਜ਼ਿਟਿਵ ਆਏ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 203 ਕਰਮਚਾਰੀ ਠੀਕ ਹੋਣ ਤੇ ਵਾਪਸ ਪਰਤ ਆਏ ਨੇ। ਕੈਨੇਡਾ ਦੇ ਪ੍ਰੋਵਿੰਸਸ ਦੇ ਵਿੱਚ ਕਿੱਥੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝਾ ਕਰਾਂਗੇ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਕੋਵਿਡ-19 ਕੇਸਿਸ ਓਵਰਵਿਊ ਹੈ। ਦੱਸੀਏ ਕਿਊਬੈਕ ਦੇ ਵਿੱਚ ਲਗਾਤਾਰ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਓਨਟਾਰੀਓ ਦੇ ਵਿੱਚ ਸਟੇ ਐਟ ਹੋਮ ਦੇ ਆਰਡਰ ਜਾਰੀ ਕਰ ਦਿੱਤੇ ਗਏ ਨੇ ਜੋ ਕਿ 28 ਦਿਨਾਂ ਤੱਕ ਲਾਗੂ ਰਹਿਣਗੇ। ਓਨਟਾਰੀਓ ਦੇ ਵਿੱਚ ਅੱਜ 2961 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ ਇੱਥੇ 50,000 ਦੇ ਕਰੀਬ ਟੈਸਟ ਕੀਤੇ ਗਏ। 24 ਘੰਟਿਆਂ ਦੌਰਾਨ 74 ਲੋਕਾਂ ਦੀ ਇਸ ਵਾਇਰਸ ਕਾਰਨ ਇੱਥੇ ਜਾਨ ਵੀ ਗਈ ਹੈ। ਜੋ ਤਾਜ਼ਾ ਅੰਕੜਾ ਜਾਰੀ ਕੀਤਾ ਗਿਆ ਹੈ ਉਸ ਦੇ ਮੁਤਾਬਕ ਓਨਟਾਰੀਓ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1674 ਹੈ। ਟੋਰਾਂਟੋ ਤੋਂ 738, ਪੀਲ ਰਿਜਨ ਤੋਂ 536, ਵਿੰਡਸਰ ਐਸੈਕਸ ਤੋਂ 245 ਮਾਮਲੇ ਸਾਹਮਣੇ ਆਏ ਹਨ। ਦੱਸੀਏ ਹਾਲ ਹੀ ਦੇ ਵਿੱਚ ਪ੍ਰੀਮੀਅਰ ਡਗਫੋਰਡ ਵੱਲੋਂ ਇੱਥੇ ਦੂਸਰੀ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਜਿਸ ਦੇ ਮੁਤਾਬਕ ਲੋਕਾਂ ਨੂੰ ਹੁਣ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਇਹ 28 ਦਿਨਾਂ ਤੱਕ ਜਾਰੀ ਰਹਿਣ ਵਾਲੀ ਹੈ। ਮੈਨੀਟੋਬਾ ਤੋਂ 158 ਕਰੋਨਾ ਮਾਮਲਿਆਂ ਦੇ ਨਾਲ 5 ਮੌਤਾਂ ਵੀ ਰਿਪੋਰਟ ਕੀਤੀਆਂ ਗਈਆਂ ਨੇ। 24 ਘੰਟਿਆਂ ਦੌਰਾਨ ਇੱਥੇ 1778 ਕਰੋਨਾ ਟੈਸਟ ਕੀਤੇ ਗਏ। ਨਾਲ ਹੀ ਦੱਸ ਦਈਏ ਕਿ 23,014 ਦੇ ਕਰੀਬ ਇੱਥੇ ਰਿਕਵਰਡ ਕੇਸਿਸ ਹਨ। ਕਿਊਬੈਕ ਦੇ ਵਿੱਚ ਹਸਪਤਾਲ ਅੰਦਰ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। 1500 ਤੋਂ ਜ਼ਿਆਦਾ ਲੋਕ ਇਸ ਸਮੇਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹਨ। ਦੱਸੀਏ ਕਿ ਇਸ ਸਮੇਂ ਹਸਪਤਾਲ ਅੰਦਰ ਮਰੀਜ਼ਾਂ ਦੀ ਗਿਣਤੀ 1516 ਹੈ, ਜਿਨ੍ਹਾਂ ਵਿੱਚੋਂ 229 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 2071 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ ਇੱਥੇ 2,02,695 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ। 2,02,166 ਦੇ ਕਰੀਬ ਰਿਕਵਰਡ ਕੇਸਿਸ ਹਨ। ਪ੍ਰੋਵਿੰਸ ਦੇ ਵਿੱਚ 23,695 ਐਕਟਿਵ ਕੇਸਿਸ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 6,80,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 17,347 ਲੋਕਾਂ ਦੀ ਜਾਂਚ ਆ ਚੁੱਕੀ ਹੈ। ਨਾਲ ਹੀ ਦੱਸ ਦਈਏ ਕਿ 5,83,000 ਰਿਕਵਰਡ ਕੇਸਿਸ ਕੈਨੇਡਾ ਦੇ ਵਿੱਚ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪੰਜਾਬੀ ਨੇ ਇਮੀਗ੍ਰੇਸ਼ਨ ਦੇ ਨਾਮ ਤੇ 8 ਸਾਲ ਮਾਰੀ ਠੱਗੀ, 150 ਨੂੰ ਬਣਾਇਆ ਆਪਣੇ ਧੋਖੇ ਦਾ ਸ਼ਿਕਾਰ। ਟਰੰਪ ਤੇ ਲੱਗਾ ਇਤਿਹਾਸਿਕ ਕਲੰਕ, ਅਮਰੀਕੀ ਕਾਂਗਰਸ ਦੇ ਵਿੱਚ ਮਹਾਦੋਸ਼ ਮਤਾ ਪਾਸ। ਏਅਰ ਕੈਨੇਡਾ ਕੱਢੇਗਾ 17,000 ਨੂੰ ਨੌਕਰੀ ਤੋਂ, ਇੱਕ ਹਫ਼ਤੇ ਦੇ ਵਿੱਚ ਏਅਰ ਕੈਨੇਡਾ ਦਾ ਦੂਜਾ ਐਲਾਨ। ਰੂਬੀ ਸਹੋਤਾ ਇੱਕ ਵਾਰ ਫਿਰ ਲੜੇਗੀ ਚੋਣ, ਬਰੈਂਪਟਨ ਨਾਰਥ ਤੋਂ ਹੋਵੇਗੀ ਉਮੀਦਵਾਰ। ਮਾਪਿਆਂ ਨੂੰ ਕੈਨੇਡਾ ਬੁਲਾਉਣ ਦੇ ਲਈ ਸੱਦੇ ਹੋਣ ਲੱਗੇ ਜਾਰੀ, 30,000 ਨੂੰ ਜਾਰੀ ਹੋਣਗੇ ਸੱਦੇ। ਸਸਕੈਚੁਆਨ ਨੇ ਕੱਢਿਆ ਡਰਾ, 385 ਨੂੰ ਦਿੱਤਾ ਸੱਦਾ। ਕੈਨੇਡਾ ਦੇ ਵਿੱਚ ਕੋਵਿਡ-19 ਅਪਡੇਟ, ਦੱਸਾਂਗੇ ਕਿੱਥੋਂ ਆਏ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।